ਜੈ ਪੀਰਾਂ ਦੀ ਸਾਰੀਆਂ ਸੰਗਤਾਂ ਨੂੰ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਸਟੋਰੀ ਲੈ ਕੇ ਆਏ ਹਾਂ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਫਕੀਰਾਂ ਦਾ ਉਸ ਖੁਦਾ ਲਈ ਪਿਆਰ, ਉਸ ਖੁਦਾ ਲਈ ਇਸ਼ਕ ਕਿਹੋ ਜਿਹਾ ਹੈ, ਉਸ ਖੁਦਾ 'ਤੇ ਵਿਸ਼ਵਾਸ ਕਿਹੋ ਜਿਹਾ ਹੈ। ਅੱਲਾ ਦੇ ਨਬੀ, ਅੱਲਾ ਦੇ ਪੈਗੰਬਰ ਹਜ਼ਰਤ ਮੂਸਾ ਸਲਾਮ ਦੀ ਹੈ। ਇੱਕ ਵਾਰ ਦੀ ਗੱਲ ਹੈ ਕਿ ਹਜ਼ਰਤ ਮੂਸਾ ਸਲਾਮ ਰੋਜ਼ ਸ਼ਾਮ ਨੂੰ ਉਸ ਖੁਦਾ ਨੂੰ ਮਿਲਣ ਲਈ, ਉਸ ਖੁਦਾ ਦੇ ਦੀਦਾਰ ਕਰਨ ਲਈ ਮੱਕੇ ਵਿੱਚ ਪਹਾੜ ਨੇ, ਕਸਤੂਰੀ ਪਹਾੜ, ਉਸ 'ਤੇ ਜਾਂਦੇ ਹੁੰਦੇ ਸਨ, ਜਿੱਥੇ ਰੋਜ਼ ਸ਼ਾਮ ਨੂੰ ਅੱਲਾਹ ਪਾਕ ਮੂਸਾ ਸਲਾਮ ਨੂੰ ਮਿਲਣ ਲਈ ਆਉਂਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਇੱਕ ਔਰਤ ਹਜ਼ਰਤ ਮੂਸਾ ਸਲਾਮ ਦੇ ਰਸਤੇ ਵਿੱਚ ਖੜੀ ਹੈ ਅਤੇ ਮੂਸਾ ਸਲਾਮ ਦੀ ਵੇਟ ਕਰ ਰਹੀ ਹੈ ਕਿ ਉਹ ਸ਼ਾਮ ਨੂੰ ਰੋਜ਼ ਕਸਤੂਰੀ ਪਹਾੜ 'ਤੇ ਜਾਂਦੇ ਹਨ ਤਾਂ ਮੈਂ ਉਹਨਾਂ ਨੂੰ ਰਸਤੇ ਵਿੱਚ ਮਿਲ ਲਵਾਂਗੀ। ਜਦੋਂ ਹੀ ਉਸ ਔਰਤ ਨੇ ਹਜ਼ਰਤ ਮੂਸਾ ਸਲਾਮ ਨੂੰ ਆਪਣੀ ਵੱਲ ਨੂੰ ਆਉਂਦੇ ਵੇਖਿਆ ਤਾਂ ਉਹ ਮੂਸਾ ਸਲਾਮ ਦੇ ਪੈਰਾਂ ਵਿੱਚ ਡਿੱਗ ਗਈ ਅਤੇ ਉਹਨਾਂ ਅੱਗੇ ਫਰਿਆਦ ਕਰਨ ਲੱਗੀ ਕਿ ਅੱਜ ਉਸ ਖੁਦਾ ਨੂੰ ਮੇਰੇ ਲਈ ਇੱਕ ਸਵਾਲ ਪੁੱਛ ਕੇ ਆਇਓ ਕਿ ਮੇਰੀ ਕਿਸਮਤ ਵਿੱਚ ਔਲਾਦ ਹੈ ਕਿ ਨਹੀਂ ਹੈ। ਜਦ ਮੂਸਾ ਸਲਾਮ ਉਸ ਬੱਚੀ ਦੀ ਇਹ ਗੱਲ ਸੁਣਦੇ ਹਨ ਤਾਂ ਕਹਿੰਦੇ ਹਨ, ਬੱਚੀ ਉੱਠ ਖੜੀ ਹੋ, ਅੱਜ ਮੈਂ ਉਸ ਖੁਦਾ ਕੋਲ ਤੇਰੇ ਲਈ ਇਹ ਸਵਾਲ ਜ਼ਰੂਰ ਪੁੱਛ ਕੇ ਆਵਾਂਗਾ, ਤੂੰ ਮੇਰੀ ਇੱਥੇ ਹੀ ਇੰਤਜ਼ਾਰ ਕਰੀ। ਇਹ ਗੱਲ ਕਹਿ ਕੇ ਹਜ਼ਰਤ ਮੂਸਾ ਸਲਾਮ ਕਸਤੂਰੀ ਪਹਾੜ ਵੱਲ ਚਲੇ ਜਾਂਦੇ ਹਨ। ਉੱਥੇ ਅੱਲਾਹ ਪਾਕ ਅੱਗੇ ਜਾ ਕੇ ਦੁਆ ਕਰਦੇ ਹਨ ਕਿ ਹੇ ਖੁਦਾ, ਉਸ ਬੱਚੀ ਦਾ ਇੱਕ ਸਵਾਲ ਆਇਆ ਹੈ ਕਿ ਉਸ ਬੱਚੀ ਦੀ ਕਿਸਮਤ ਵਿੱਚ ਔਲਾਦ ਹੈ ਕਿ ਨਹੀਂ ਹੈ। ਅੱਲਾਹ ਪਾਕ ਕੁਝ ਸੋਚਣ ਤੋਂ ਬਾਅਦ ਜਵਾਬ ਦਿੰਦੇ ਹਨ, ਨਹੀਂ ਮੂਸਾ, ਉਸ ਬੱਚੀ ਦੀ ਭਾਗਾਂ ਵਿੱਚ ਇਸ ਜਨਮ ਵਿੱਚ ਔਲਾਦ ਨਹੀਂ ਹੈ। ਹਜ਼ਰਤ ਮੂਸਾ ਸਲਾਮ ਅੱਲਾਹ ਪਾਕ ਕੋਲੋਂ ਇਜਾਜ਼ਤ ਲੈ ਕੇ ਵਾਪਸ ਆ ਜਾਂਦੇ ਹਨ। ਉਸੇ ਮੋੜ 'ਤੇ, ਉਸੇ ਜਗ੍ਹਾ ਉਹ ਬੱਚੀ ਉਸੇ ਤਰ੍ਹਾਂ ਫਿਰ ਬੈਠੀ ਹੋਈ ਹੈ। ਮੂਸਾ ਸਲਾਮ ਨੂੰ ਦੇਖ ਕੇ ਉਹਨਾਂ ਦੇ ਪੈਰੀਂ ਡਿੱਗ ਪੈਂਦੀ ਹੈ ਅਤੇ ਮੂਸਾ ਸਲਾਮ ਤੋਂ ਪੁੱਛਣ ਲੱਗਦੀ ਹੈ ਕਿ ਅੱਲਾਹ ਪਾਕ ਨੇ ਕੀ ਕਿਹਾ ਹੈ। ਤਦ ਮੂਸਾ ਸਲਾਮ ਦੱਸਦੇ ਹਨ ਕਿ ਇਹ ਬੱਚੀ, ਅੱਲਾਹ ਪਾਕ ਨੇ ਨਾਫਰਮਾਨੀ ਦਾ ਜਵਾਬ ਦਿੱਤਾ ਹੈ ਕਿ ਤੇਰੀ ਝੋਲੀ, ਤੇਰੀ ਕਿਸਮਤ ਵਿੱਚ ਇਸ ਜਨਮ ਵਿੱਚ ਔਲਾਦ ਨਹੀਂ ਹੈ, ਇਸ ਲਈ ਤੇਰੇ ਔਲਾਦ ਨਹੀਂ ਹੋ ਸਕਦੀ। ਇਹ ਸੁਣ ਕੇ ਉਸ ਬੱਚੀ ਦਾ, ਉਸ ਮਾਂ ਦਾ ਦਿਲ ਟੁੱਟ ਜਾਂਦਾ ਹੈ, ਕਿਉਂਕਿ ਉਸ ਦਾ ਪਤੀ ਬਹੁਤ ਸ਼ਰਾਬੀ ਹੈ, ਉਹ ਨਸ਼ੇ ਕਰਦਾ ਹੈ, ਬਹੁਤ ਬੁਰੀ ਹਾਲਤ ਵਿੱਚ ਰਹਿੰਦਾ ਹੈ ਅਤੇ ਉਸ ਦਾ ਆਪਣੀ ਜ਼ਿੰਦਗੀ ਤੋਂ ਯਕੀਨ ਉੱਠ ਜਾਂਦਾ, ਉਸ ਦੀ ਜੀਣ ਦੀ ਚਾਹਤ ਮੁੱਕ ਜਾਂਦੀ ਤਾਂ ਉਹ ਮੌਤ ਦਾ ਇਰਾਦਾ ਕਰਦੀ ਹੈ। ਮੂਸਾ ਸਲਾਮ ਆਪਣੇ ਰਸਤੇ ਚਲੇ ਜਾਂਦੇ ਹਨ। ਉਹ ਮਾਤਾ ਮਰਨ ਲਈ ਪਹਾੜਾਂ ਵੱਲ ਨੂੰ ਚਲ ਜਾਂਦੀ ਹੈ। ਜਾਂਦੀ ਜਦੋਂ ਉਹ ਪਹਾੜਾਂ ਵੱਲ ਨੂੰ ਜਾ ਰਹੀ ਹੈ ਤਾਂ ਕੀ ਦੇਖਦੀ ਹੈ ਕਿ ਇੱਕ ਫਕੀਰ ਇੱਕ ਦਰਖਤ ਹੇਠ ਬੈਠਾ ਹੈ ਅਤੇ ਉਸ ਖੁਦਾ ਦੀ ਇਬਾਦਤ ਕਰ ਰਿਹਾ ਹੈ, ਪਰ ਉਸ ਦੇ ਆਲੇ ਦੁਆਲੇ ਬਹੁਤ ਗੰਦ ਪਿਆ ਹੋਇਆ ਹੈ। ਆਲੇ ਦੁਆਲੇ ਦੀ ਜੋ ਜਗ੍ਹਾ ਹੈ ਬਹੁਤ ਗੰਦੀ ਹੈ। ਤਾਂ ਉਹ ਮਾਤਾ ਸੋਚਣ ਲੱਗੀ ਕਿ ਮਰਨਾ ਤਾਂ ਮੈਂ ਹੈ ਹੀ, ਕਿਉਂ ਨਾ ਜਾਂਦੀ ਇਸ ਫਕੀਰ ਲਈ, ਇਸ ਖੁਦਾ ਦੇ ਪਿਆਰੇ ਲਈ ਮੈਂ ਉਸ ਦੀ ਜਗ੍ਹਾ ਸਾਫ਼ ਕਰ ਜਾਂਦੀ ਹਾਂ ਤਾਂ ਕਿ ਉਹ ਸ਼ਾਂਤੀ ਨਾਲ ਇਸ ਜਗ੍ਹਾ 'ਤੇ ਇਬਾਦਤ ਕਰ ਸਕੇ। ਤਾਂ ਉਹ ਮਾਤਾ ਸਫਾਈ ਕਰਨੀ ਸ਼ੁਰੂ ਕਰ ਦਿੰਦੀ ਹੈ। ਸ਼ਾਮ ਤੋਂ ਰਾਤ ਹੋ ਜਾਂਦੀ ਹੈ, ਰਾਤ ਤੋਂ ਸਵੇਰ ਹੋ ਜਾਂਦੀ ਹੈ, ਪਰ ਉਹ ਫਕੀਰ ਉਸੇ ਤਰ੍ਹਾਂ ਇਬਾਦਤ ਵਿੱਚ ਲੱਗਾ ਹੋਇਆ ਹੈ। ਉਹ ਮਾਤਾ ਸੋਚਣ ਲੱਗੀ ਕਿ ਜੇਕਰ ਮੈਂ ਇੱਥੋਂ ਚਲੀ ਗਈ ਤਾਂ ਇਹ ਗੰਦ ਫਿਰ ਇਸੇ ਤਰ੍ਹਾਂ ਪੈ ਜਾਵੇਗਾ, ਕਿਉਂ ਨਾ ਮੈਂ ਇੰਜ ਕਰਦੀ ਹਾਂ ਕਿ ਜਿੰਨੇ ਦਿਨ ਇਹ ਫਕੀਰ ਉਸ ਖੁਦਾ ਦੀ ਇਬਾਦਤ ਕਰ ਰਿਹਾ ਹੈ ਮੈਂ ਇਸ ਜਗ੍ਹਾ ਦੀ ਸਫਾਈ ਕਰਾਂਗੀ, ਜਿਸ ਦਿਨ ਇਹ ਉੱਠ ਜਾਵੇਗਾ ਤਾਂ ਮੈਂ ਇੱਥੋਂ ਚਲੀ ਜਾਵਾਂਗੀ। ਉਹ ਇਸੇ ਤਰ੍ਹਾਂ ਕਰਦੀ ਹੈ। ਉਹ ਫਕੀਰ 40 ਦਿਨ ਉਸ ਇਬਾਦਤ ਵਿੱਚ ਰਹਿੰਦਾ ਹੈ ਅਤੇ ਉਹ ਮਾਤਾ 40 ਦਿਨ ਉਸ ਜਗ੍ਹਾ ਦੀ ਸਫਾਈ ਕਰਦੀ ਰਹਿੰਦੀ ਹੈ। ਜਦੋਂ ਉਹ ਫਕੀਰ ਆਪਣੀ ਇਬਾਦਤ ਤੋਂ ਉੱਠਦਾ ਹੈ ਤਾਂ ਕੀ ਦੇਖਦਾ ਹੈ ਕਿ ਉਸ ਦੇ ਆਲੇ ਦੁਆਲੇ ਚਾਰੋਂ ਪਾਸੇ ਸਾਫ਼ ਸੁਥਰਾ ਮਾਹੌਲ ਹੈ, ਕੋਈ ਖਿਲਾਰਾ, ਕੋਈ ਗੰਦ ਨਹੀਂ ਪਿਆ ਹੈ। ਫਕੀਰ ਬਹੁਤ ਹੈਰਾਨ ਹੁੰਦਾ ਹੈ ਅਤੇ ਫਕੀਰ ਸੋਚਣ ਲੱਗਦਾ ਹੈ ਕਿ ਜਿਸ ਨੇ ਇਹ ਸਫਾਈ ਕੀਤੀ ਹੈ, ਜਿਸ ਨੇ ਇਸ ਜਗ੍ਹਾ ਦੀ ਸਫਾਈ ਕੀਤੀ ਹੈ, ਮੈਨੂੰ ਉਸ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਹੈ। ਉਹ ਫਕੀਰ ਨਾਅਰਾ ਲਾ ਕੇ ਕਹਿਣ ਲੱਗਦਾ ਹੈ ਕਿ ਜਿਸ ਨੇ ਇਸ ਜਗ੍ਹਾ ਦੀ ਸਫਾਈ ਕੀਤੀ ਹੈ ਉਹ ਮੇਰੇ ਮੂਹਰੇ ਆ ਕੇ ਆਪਣੀ ਮੂੰਹ ਮੰਗੀ ਫਰਿਆਦ ਲੈ ਸਕਦਾ ਹੈ। ਇਹ ਗੱਲ ਸੁਣ ਕੇ ਜੋ ਪੇੜ ਦੇ ਪਿੱਛੇ ਮਾਤਾ ਲੰਮੀ ਪਈ ਸੀ, ਉਹ ਜਦੋਂ ਇਹ ਗੱਲ ਸੁਣਦੀ ਹੈ ਤਾਂ ਬਹੁਤ ਰੋਣ ਲੱਗਦੀ ਹੈ ਕਿ ਮੇਰੀ ਕਿਸਮਤ ਤਾਂ ਉਸ ਖੁਦਾ ਨੇ ਨਾਫਰਮਾਨੀ ਦੇ ਦਿੱਤੀ ਹੈ ਤਾਂ ਇਹ ਫਕੀਰ ਕੀ ਕਰ ਸਕਦਾ ਹੈ।
ਇੰਨੇ ਨੂੰ ਫਕੀਰ ਨੇ ਦੂਜਾ ਨਾਰਾ ਲਾ ਕੇ ਫਿਰ ਆਵਾਜ਼ ਮਾਰੀ ਕਿ ਜਿਸ ਨੇ ਵੀ ਇਸ ਜਗ੍ਹਾ ਦੀ ਸਫਾਈ ਕੀਤੀ ਹੈ ਉਹ ਆਪਣੀ ਮੂੰਹ ਮੰਗੀ ਫਰਿਆਦ ਆ ਕੇ ਲੈ ਸਕਦਾ ਹੈ। ਇਸ ਗੱਲ ਸੁਣ ਕੇ ਮਾਂ ਉੱਚੀ ਉੱਚੀ ਉਹ ਔਰਤ ਉੱਚੀ ਉੱਚੀ ਰੋਣ ਲੱਗਦੀ ਹੈ। ਉਹ ਰੋਣ ਦੀ ਆਵਾਜ਼ ਫਕੀਰ ਦੇ ਕੰਨਾਂ ਤੱਕ ਪਹੁੰਚਦੀ ਹੈ। ਫਕੀਰ ਫਿਰ ਤੀਜੀ ਵਾਰ ਅੱਲਾਹੂ ਦਾ ਨਾਰਾ ਲਗਾ ਕੇ ਕਹਿੰਦਾ ਹੈ ਕਿ ਜਿਸ ਨੇ ਵੀ ਇਸ ਜਗ੍ਹਾ ਦੀ ਸਫਾਈ ਕੀਤੀ ਹੈ ਉਹ ਮੂੰਹ ਮੰਗੀ ਫਰਿਆਦ ਆ ਕੇ ਲੈ ਸਕਦਾ ਹੈ। ਤੇ ਮਾਈ ਨੂੰ ਆਵਾਜ਼ ਮਾਰਦੇ ਹਨ। ਮਾਈ ਉੱਠ ਕੇ ਮੋਹਰੇ ਆਉਂਦੀ ਹੈ। ਫਕੀਰ ਕਹਿਣ ਲੱਗਦਾ ਕਿ ਮਾਈ ਇਹ ਸਫਾਈ ਤੂੰ ਕੀਤੀ ਹੈ? ਮਾਈ ਕਹਿੰਦੀ ਹਾਂਜੀ ਮੈਂ ਕੀਤੀ ਹੈ, ਪਰ ਜੋ ਮੈਂ ਮੰਗਣਾ ਚਾਹੁੰਦੀ ਹਾਂ ਉਸ ਦੀ ਤਾਂ ਖੁਦ ਖੁਦਾ ਵੱਲੋਂ ਨਾਫਰਮਾਨੀ ਆ ਚੁੱਕੀ ਹੈ, ਤਾਂ ਤੁਸੀਂ ਕੀ ਦੇ ਸਕਦੇ ਹੋ? ਤਦ ਫਕੀਰ ਕਹਿਣ ਲੱਗੇ ਮਾਤਾ ਤੂੰ ਬੋਲ ਤਾਂ ਸਹੀ, ਤੈਨੂੰ ਕੀ ਚਾਹੀਦਾ ਹੈ? ਤੈਨੂੰ ਕਿਸ ਚੀਜ਼ ਦੀ ਲੋੜ ਹੈ? ਤਾਂ ਮਾਈ ਕਹਿਣ ਲੱਗੀ ਕਿ ਮੈਨੂੰ ਇੱਕ ਔਲਾਦ ਦੀ ਲੋੜ ਹੈ। ਮੇਰੀ ਝੋਲੀ ਔਲਾਦ ਜੇਕਰ ਪਾ ਸਕਦੇ ਹੋ ਤੁਸੀਂ ਤਾਂ ਮੈਨੂੰ ਔਲਾਦ ਚਾਹੀਦੀ ਹੈ। ਮੇਰੀ ਉਮਰ ਵੀ ਕਾਫੀ ਹੋ ਚੁੱਕੀ ਹੈ ਪਰ ਮੇਰੀ ਕਿਸਮਤ ਵਿੱਚ ਔਲਾਦ ਨਹੀਂ। ਮੇਰੇ ਜੋ ਘਰ ਵਾਲਾ ਮੇਰਾ ਜੋ ਪਤੀ ਹੈ ਉਹ ਬਹੁਤ ਨਸ਼ੇੜੀ ਹੈ। ਉਸ ਵਜੋਂ ਤਾਂ ਮੈਂ ਦੁੱਖ ਝੱਲ ਹੀ ਰਹੀ ਹਾਂ, ਪਰ ਮੈਂ ਬੇਔਲਾਦ ਵੀ ਹਾਂ। ਇਹ ਦੁੱਖ ਮੈਨੂੰ ਸਭ ਤੋਂ ਜ਼ਿਆਦਾ ਹੈ। ਜਦੋਂ ਇਹ ਗੱਲ ਸੁਣਦਾ ਹੈ ਤਾਂ ਉਹ ਮਾਈ ਨੂੰ ਪੁੱਤਰ ਦੀ ਦਾਤ ਬਖਸ਼ਦਾ ਹੈ ਕਿ ਜਾ ਮਾਈ ਆਉਂਦੇ ਸਾਲ ਤੇਰੇ ਇੱਕ ਪੁੱਤ ਜ਼ਰੂਰ ਹੋਵੇਗਾ। ਜਦੋਂ ਮਾਈ ਇਹ ਗੱਲ ਸੁਣਦੀ ਹੈ ਤਾਂ ਬਹੁਤ ਖੁਸ਼ ਹੁੰਦੀ ਹੈ ਤੇ ਘਰ ਚਲੀ ਜਾਂਦੀ ਹੈ। ਕੁਝ ਟਾਈਮ ਬੀਤਣ ਤੋਂ ਬਾਅਦ ਮਾਈ ਦੇ ਇੱਕ ਪੁੱਤ ਹੁੰਦਾ ਹੈ ਤਾਂ ਉਹ ਉਸ ਪੁੱਤ ਨੂੰ ਲੈ ਕੇ ਜਿੱਥੇ ਮੂਸਾ ਨੂੰ ਪਹਿਲੀ ਵਾਰ ਮੋੜ ਤੇ ਮਿਲੀ ਸੀ ਉੱਥੇ ਹੀ ਖੜੀ ਹੁੰਦੀ ਹੈ। ਤਾਂ ਕੀ ਵੇਖਦੇ ਹੈ ਕਿ ਮੂਸਾ ਸਲਾਮ ਉਸੇ ਤਰ੍ਹਾਂ ਸ਼ਾਮ ਨੂੰ ਖੁਦਾ ਨੂੰ ਮਿਲਣ ਲਈ ਕਸਤੂਰੀ ਪਹਾੜ ਵੱਲ ਜਾ ਰਹੇ ਸਨ। ਜਦੋਂ ਉਹ ਮਾਈ ਨੂੰ ਬੱਚਾ ਚੱਕੀ ਦੇਖਦਾ ਹੈ ਤਾਂ ਮੂਸਾ ਸਲਾਮ ਨੂੰ ਯਾਦ ਆਉਂਦਾ ਹੈ ਕਿ ਇਸ ਬੱਚੀ ਦੀ ਕਿਸਮਤ ਵਿੱਚ ਤਾਂ ਨਾਫਰਮਾਨੀ ਆ ਚੁੱਕੀ ਹੈ, ਫਿਰ ਇਹ ਬੱਚਾ ਕਿਸ ਦਾ ਹੈ? ਉਹ ਉਸ ਮਾਈ ਕੋਲ ਜਾਂਦੇ ਹਨ। ਮੂਸਾ ਸਲਾਮ ਜਾ ਕੇ ਕਹਿਣ ਲੱਗਦੇ ਹਨ ਕਿ ਬੱਚੀ ਇਹ ਬੱਚਾ ਕਿਸ ਦਾ ਹੈ? ਤਾਂ ਉਹ ਮਾਤਾ ਕਹਿਣ ਲੱਗਦੀ ਹੈ ਕਿ ਸਰਕਾਰ ਹਜ਼ੂਰ ਇਹ ਬੱਚਾ ਮੇਰਾ ਹੈ। ਜਦੋਂ ਇਹ ਗੱਲ ਸੁਣਦੇ ਹਨ ਤਾਂ ਮੂਸਾ ਸਲਾਮ ਬਹੁਤ ਨਾਰਾਜ਼ ਹੁੰਦੇ ਹਨ ਕਿ ਅੱਲਾਹ ਪਾਕ ਨੇ ਮੇਰੇ ਨਾਲ ਝੂਠ ਬੋਲਿਆ ਸੀ। ਅੱਲਾਹ ਪਾਕ ਕਿਸ ਤਰ੍ਹਾਂ ਝੂਠ ਬੋਲ ਸਕਦੇ ਹਨ? ਉਹਨਾਂ ਦੇ ਦਿਲ ਵਿੱਚ ਸ਼ੱਕ ਹੁੰਦਾ ਹੈ ਤਾਂ ਉਹ ਉਸ ਖੁਦਾ ਕੋਲ ਜਾਂਦੇ ਹਨ। ਜਦੋਂ ਮੂਸਾ ਸਲਾਮ ਕਸਤੂਰੀ ਪਹਾੜ ਪਹੁੰਚਦੇ ਹਨ ਤਾਂ ਕੀ ਦੇਖਦੇ ਹਨ ਕਿ ਅੱਜ ਅੱਲਾਹ ਪਾਕ ਮੂਸਾ ਤੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ। ਮੂਸਾ ਸਲਾਮ ਬਹੁਤ ਨਾਰਾਜ਼ਗੀ ਦੀ ਹਾਲਤ ਵਿੱਚ ਅੱਲਾਹ ਪਾਕ ਅੱਗੇ ਦੁਆ ਕਰਦੇ ਹਨ ਕਿ ਹੇ ਖੁਦਾ ਤੁਸੀਂ ਤਾਂ ਉਸ ਬੱਚੀ ਲਈ ਉਸ ਔਰਤ ਲਈ ਨਾਫਰਮਾਨੀ ਦੇ ਦਿੱਤੀ ਸੀ ਕਿ ਉਸ ਦੇ ਕਦੀ ਬੱਚਾ ਨਹੀਂ ਹੋਵੇਗਾ, ਤਾਂ ਮੈਂ ਅੱਜ ਕੀ ਵੇਖ ਕੇ ਆਇਆ ਹਾਂ? ਤਦ ਅੱਲਾਹ ਪਾਕ ਨੇ ਕਿਹਾ ਮੂਸਾ ਮੈਂ ਤੇਰੀ ਗੱਲ ਦਾ ਜਵਾਬ ਬਾਅਦ 'ਚ ਦੇਵਾਂਗਾ, ਪਹਿਲਾਂ ਜਾ ਮੇਰੇ ਲਈ ਇਨਸਾਨੀ ਮਾंस ਲੈ ਕੇ ਆ। ਮੇਰੇ ਲਈ 2 ਕਿਲੋ ਇਨਸਾਨੀ ਮਾंस ਲੈ ਕੇ ਆ ਜੋ ਜੀਂਦੇ ਇਨਸਾਨ ਦਾ ਹੋਣਾ ਚਾਹੀਦਾ ਹੈ। ਮੂਸਾ ਸਲਾਮ ਕਹਿਣ ਲੱਗੇ ਕਿ ਹਜ਼ੂਰ ਇਹ ਕੀ ਮੰਗ ਰਹੇ ਹੋ? ਕਿ ਆਪਾਂ ਕਹਿਣ ਲੱਗੇ ਕਿ ਜੋ ਅਸੀਂ ਤੈਨੂੰ ਕਹਿ ਰਹੇ ਹਾਂ ਉਹ ਕਰ, ਅਸੀਂ ਤੇਰੀ ਇੱਥੇ ਹੀ ਵੇਟ ਕਰਦੇ ਹਾਂ। ਮੂਸਾ ਸਲਾਮ ਨੇ ਅੱਲਾਹ ਪਾਕ ਦਾ ਹੁਕਮ ਸੁਣਿਆ ਤੇ ਸਭ ਤੋਂ ਪਹਿਲਾਂ ਪਹਾੜ ਤੋਂ ਆ ਕੇ ਆਪਣੇ ਘਰ ਗਏ ਤੇ ਆਪਣੇ ਬੱਚਿਆਂ ਨੂੰ ਕਹਿਣ ਲੱਗੇ ਪੁੱਤ ਅੱਜ ਉਸ ਖੁਦਾ ਨੇ ਜੋ ਸਾਰੇ ਸੰਸਾਰ ਨੂੰ ਚਲਾਉਂਦਾ ਅੱਜ ਮੇਰੇ ਕੋਲੋਂ ਜੀਂਦੇ ਇਨਸਾਨ ਦਾ 2 ਕਿਲੋ ਮਾंस ਮੰਗਿਆ ਹੈ, ਕੀ ਤੁਸੀਂ ਦੇ ਸਕਦੇ ਹੋ? ਤੁਸੀਂ ਆਪਣੇ ਸਰੀਰ 'ਚੋਂ ਉਸ ਖੁਦਾ ਲਈ ਮਾंस ਦੇ ਸਕਦੇ ਹੋ? ਤਾਂ ਉਹ ਬੱਚੇ ਮੂਸਾ ਸਲਾਮ ਵੱਲ ਦੇਖ ਕੇ ਹੱਸਣ ਲੱਗੇ ਕਿ ਉਸ ਖੁਦਾ ਨੂੰ ਇਨਸਾਨੀ ਮਾंस ਦੀ ਕੀ ਲੋੜ ਹੈ, ਉਸ ਖੁਦਾ ਨੂੰ ਇਨਸਾਨ ਦੇ ਮਾंस ਦੀ ਕੀ ਜ਼ਰੂਰਤ? ਬੱਚੇ ਮੂਸਾ ਸਲਾਮ 'ਤੇ ਹੱਸਣ ਲੱਗਦੇ ਹਨ ਤੇ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ ਤੇ ਕਹਿੰਦੇ ਹਨ ਕਿ ਅੱਬੂ ਲੱਗਦਾ ਹੈ ਤੁਸੀਂ ਸਠਿਆ ਗਏ ਹੋ ਜੋ ਸਾਨਾ ਮਜ਼ਾਕ ਕਰ ਰਹੇ ਹੋ। ਜਦੋਂ ਮੂਸਾ ਸਲਾਮ ਇਹ ਗੱਲ ਸੁਣਦੇ ਹਨ ਤਾਂ ਘਰੋਂ ਬਾਹਰ ਆ ਜਾਂਦੇ ਹਨ ਤਾਂ ਬਾਹਰ ਆ ਕੇ ਲੋਕਾਂ ਨੂੰ ਕਹਿਣ ਲੱਗਦੇ ਹਨ ਕਿ ਇਹ ਲੋਕੋ ਜੋ ਤੁਹਾਡਾ ਪਾਲਣ ਪੋਸ਼ਣ ਕਰਦਾ ਹੈ, ਜੋ ਖੁਦਾ ਇਸ ਸੰਸਾਰ ਨੂੰ ਚਲਾਉਂਦਾ ਹੈ, ਅੱਜ ਉਸ ਨੂੰ ਕਿਸੇ ਇਨਸਾਨ ਦੀ ਕਿਸੇ ਜੀਂਦੇ ਇਨਸਾਨ ਦਾ 2 ਕਿਲੋ ਮਾंस ਚਾਹੀਦਾ ਹੈ, ਕੀ ਤੁਸੀਂ ਦੇ ਸਕਦੇ ਹੋ? ਤਦ ਲੋਕ ਹੱਸਣ ਲੱਗਦੇ ਹਨ ਤੇ ਮੂਸਾ ਸਲਾਮ ਦਾ ਮਜ਼ਾਕ ਉਡਾਉਂਦੇ ਹਨ ਕਿ ਮੂਸਾ ਸਲਾਮ ਇਹ ਕੀ ਮਜ਼ਾਕ ਕਰ ਰਿਹਾ ਹੈ? ਉਸ ਖੁਦਾ ਨੂੰ ਸਾਡੇ ਮਾंस ਦੀ ਕੀ ਲੋੜ ਹੈ? ਉਸ ਖੁਦਾ ਨੂੰ ਇਨਸਾਨੀ ਮਾंस ਦੀ ਕੀ ਜ਼ਰੂਰਤ ਪੈ ਗਈ ਹੈ? ਜਦੋਂ ਮੂਸਾ ਸਲਾਮ ਇਹ ਗੱਲ ਦੇਖਦੇ ਹਨ ਸੁਣਦੇ ਹਨ ਤਾਂ ਬਹੁਤ ਨਿਰਾਸ਼ ਹੁੰਦੇ ਹਨ। ਪੂਰਾ ਸ਼ਹਿਰ ਘੁੰਮ ਹਟਦੇ ਹਨ ਪਰ ਉਹਨਾਂ ਨੂੰ ਕਿਤੇ ਵੀ ਇਨਸਾਨ ਦਾ ਮਾंस ਨਹੀਂ ਮਿਲਦਾ ਹੈ, ਜੀਂਦੇ ਇਨਸਾਨ ਦਾ ਮਾंस ਨਹੀਂ ਮਿਲਦਾ ਹੈ। ਜਦੋਂ ਉਹ ਨਿਰਾਸ਼ ਹੋ ਕੇ
ਵਾਪਸ ਖੁਦਾ ਨੂੰ ਕਸਤੂਰੀ ਪਹਾੜ ਵੱਲ ਜਾ ਰਹੇ ਹਨ। ਜਾਂਦੇ ਜਾਂਦੇ ਉੱਥੋਂ ਦੀ ਲੰਘਦੇ ਹਨ ਜਿੱਥੇ ਉਹ ਫਕੀਰ ਆਪਣੀ ਇਬਾਦਤ ਕਰ ਰਿਹਾ ਹੈ। ਜਿਸ ਪੇੜ ਦੇ ਹੇਠ ਉਹ ਫਕੀਰ ਰਹਿੰਦਾ ਹੈ, ਉੱਥੋਂ ਦੀ ਲੰਘ ਰਹੇ ਹਨ। ਉਹ ਫਕੀਰ ਮੂਸਾ ਸਲਾਮ ਵੱਲ ਦੇਖ ਕੇ ਉਹਨਾਂ ਨੂੰ ਆਵਾਜ਼ ਮਾਰਦੇ ਹਨ ਤੇ ਮੂਸਾ, ਜੋ ਕਿ ਉਸ ਫਕੀਰ ਦੇ ਗੁਰੂ ਵੀ ਹਨ, ਉਸ ਫਕੀਰ ਦੇ ਮੁਰਸ਼ਦ ਵੀ ਹਨ, ਅੱਜ ਉਹ ਨਿਰਾਸ਼ ਜਾ ਰਹੇ ਹਨ। ਉਹ ਮੂਸਾ ਸਲਾਮ ਨੂੰ ਆਵਾਜ਼ ਮਾਰਦੇ ਹਨ ਤੇ ਆਪਣੇ ਕੋਲ ਬੁਲਾਉਂਦੇ ਹਨ। ਜਦੋਂ ਮੂਸਾ ਸਲਾਮ ਉਸ ਫਕੀਰ ਦੇ ਕੋਲ ਆਉਂਦੇ ਹਨ ਤਾਂ ਫਕੀਰ ਪੁੱਛਣ ਲੱਗਦਾ ਕਿ ਹਜ਼ੂਰ, ਤੁਹਾਡੇ ਚਿਹਰੇ ਤੇ ਇਹ ਪਰੇਸ਼ਾਨੀ ਕਿਸ ਗੱਲ ਦੀ ਹੈ? ਤਦ ਮੂਸਾ ਸਲਾਮ ਦੱਸਣ ਲੱਗਦੇ ਹਨ ਕਿ ਅੱਜ ਖੁਦਾ ਜੋ ਸਾਰੇ ਸੰਸਾਰ ਨੂੰ ਚਲਾਉਂਦਾ ਹੈ, ਜੋ ਸਾਰੇ ਸੰਸਾਰ ਦੀਆਂ ਰੀਝਾਂ ਪੂਰੀਆਂ ਕਰਦਾ ਹੈ, ਅੱਜ ਉਸ ਨੂੰ 2 ਕਿਲੋ ਜੀਂਦੇ ਇਨਸਾਨ ਦਾ ਮਾਂਸ ਚਾਹੀਦਾ ਹੈ। ਜਦ ਮੈਂ ਜੀਂਦੇ ਇਨਸਾਨ ਦੇ ਮਾਂਸ ਦੀ ਗੱਲ ਕਰਨ ਗਿਆ ਤਾਂ ਸਭ ਨੇ ਮੇਰਾ ਮਜ਼ਾਕ ਉਡਾਇਆ ਤੇ ਕਿਸੇ ਨੇ ਵੀ ਉਸ ਖੁਦਾ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਜਦੋਂ ਇਹ ਫਕੀਰ ਨੇ ਇਹ ਗੱਲ ਸੁਣੀ ਤਾਂ ਉਹ ਮੁਸਕਰਾਇਆ ਤੇ ਕਹਿਣ ਲੱਗਾ ਕਿ ਅੱਜ ਮੇਰੇ ਮਹਿਬੂਬ ਨੂੰ, ਮੇਰੇ ਨਬੀ ਨੂੰ ਇਨਸਾਨੀ ਮਾਂਸ ਦੀ ਜ਼ਰੂਰਤ ਹੈ। ਉਸ ਫਕੀਰ ਨੇ ਆਪਣੇ ਕੋਲ ਪਏ ਇੱਕ ਚਾਕੂ ਨੂੰ ਮੂਸਾ ਸਲਾਮ ਨੂੰ ਦਿੱਤਾ ਤੇ ਕਿਹਾ ਕਿ ਹਜ਼ੂਰ, ਆ ਲਓ ਚਾਕੂ ਤੇ ਮੇਰੇ ਹਰ ਅੰਗ 'ਚੋਂ ਇੱਕ ਇੱਕ ਟੁਕੜਾ ਮੇਰੇ ਖੁਦਾ ਲਈ, ਮੇਰੇ ਮਹਿਬੂਬ ਲਈ ਲੈ ਜਾਓ। ਪਤਾ ਨਹੀਂ ਮੇਰੇ ਖੁਦਾ ਨੂੰ ਮੇਰੇ ਕਿਸ ਅੰਗ ਦਾ ਮਾਂਸ ਸਭ ਤੋਂ ਵਧੀਆ ਲੱਗੇ, ਮੇਰੇ ਸਰੀਰ ਦਾ ਕਿਸ ਅੰਗ ਦੇ ਮਾਂਸ ਦਾ ਟੁਕੜਾ ਸੋਹਣਾ ਲੱਗੇ, ਲੈ ਜਾਓ। ਤਦ ਮੂਸਾ ਸਲਾਮ ਨੇ ਉਸ ਚਾਕੂ ਨਾਲ ਉਸ ਫਕੀਰ ਦੇ ਸਾਰੇ ਅੰਗਾਂ 'ਚੋਂ ਇੱਕ ਇੱਕ ਮਾਂਸ ਦਾ ਟੁਕੜਾ ਲਿਆ ਅਤੇ ਉਸ ਖੁਦਾ ਲਈ ਲੈ ਗਏ। ਮੂਸਾ ਸਲਾਮ ਖੁਸ਼ੀ ਕਸਤੂਰੀ ਪਹਾੜ ਗਏ ਤੇ ਲਿਜਾ ਕੇ ਖੁਦਾ ਦੇ ਅੱਗੇ ਉਹ ਮਾਂਸ ਦਾ ਭਰਿਆ ਲਿਫਾਫਾ ਰੱਖ ਦਿੱਤਾ, ਉਹ ਮਾਂਸ ਦੇ ਟੁਕੜੇ ਰੱਖ ਦਿੱਤੇ। ਤਦ ਖੁਦਾ ਕਹਿਣ ਲੱਗੇ ਕਿ ਹੇ ਮੂਸਾ, ਜਿਸ ਨੇ ਮੇਰੇ ਲਈ ਆਪਣੇ ਸਰੀਰ ਦੇ ਹਰ ਅੰਗ 'ਚੋਂ ਮਾਂਸ ਦਾ ਟੁਕੜਾ ਲਾ ਦਿੱਤਾ, ਜਿਸ ਨੇ ਬਿਨਾਂ ਸੋਚੇ ਸਮਝੇ ਸਿਰਫ ਮੇਰੇ ਇੱਕ ਗੱਲ ਸੁਣਨ 'ਤੇ ਹੀ ਆਪਣੇ ਸਰੀਰ ਦਾ ਹਰ ਅੰਗ ਕਟਾ ਦਿੱਤਾ, ਕੀ ਮੈਂ ਉਸ ਦੇ ਕਹਿਣ 'ਤੇ ਉਸ ਮਾਈ ਨੂੰ ਔਲਾਦ ਦੀ ਦਾਤ ਨਹੀਂ ਦੇ ਸਕਦਾ? ਕਿਉਂ ਨਹੀਂ ਦੇ ਸਕਦਾ? ਜੇਕਰ ਉਹ ਮੇਰੇ ਲਈ ਮਰਨ ਤੱਕ ਜਾ ਸਕਦਾ ਹੈ ਤਾਂ ਉਸ ਦੇ ਕਹਿਣ 'ਤੇ ਉਸ ਮਾਈ ਦੀ ਝੋਲੀ ਔਲਾਦ ਨਹੀਂ ਪਾ ਸਕਦਾ? ਮੈਂ ਔਲਾਦ ਤੈਨੂੰ ਵੀ ਕਹਿ ਦੇ ਸਕਦਾ ਸੀ, ਮੈਂ ਉਸ ਮਾਈ ਨੂੰ ਔਲਾਦ ਤੇਰੇ ਜ਼ਰੀਏ ਵੀ ਦੇ ਸਕਦਾ ਸੀ, ਪਰ ਤੂੰ ਉਸ ਦਿਨ ਉਸ ਮਾਈ ਲਈ ਕੋਈ ਫਰਿਆਦ ਨਹੀਂ ਕੀਤੀ, ਸਗੋਂ ਸਿਰਫ ਇਹ ਪੁੱਛਿਆ ਕਿ ਉਸ ਮਾਈ ਦੀ ਕਿਸਮਤ ਵਿੱਚ ਔਲਾਦ ਹੈ ਕਿ ਨਹੀਂ ਹੈ। ਇਸ ਲਈ ਉਸ ਫਕੀਰ ਨੇ ਕੋਲੋਂ ਜਿੱਦ ਕੀਤੀ ਉਸ ਮਾਈ ਦੀ ਕਿਸਮਤ ਵਿੱਚ ਔਲਾਦ ਪਾਉਣ ਲਈ, ਸੋ ਮੈਨੂੰ ਦੇਣੀ ਪਈ। ਸਲਾਮ ਦੀ ਇਹ ਸੱਚੀ ਤੇ ਬਹੁਤ ਸੋਹਣੀ ਘਟਨਾ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਫਕੀਰ ਆਪਣੇ ਉਸ ਖੁਦਾ ਲਈ, ਆਪਣੇ ਉਸ ਮਹਿਬੂਬ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਉਸ ਦੇ ਇਸ਼ਕ ਵਿੱਚ, ਉਸ ਦੇ ਸਿਦਕ ਵਿੱਚ, ਉਸ ਦੇ ਪਿਆਰ ਵਿੱਚ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਉਸ ਨੂੰ ਖੁਸ਼ ਕਰਨ ਲਈ ਆਪਣੇ ਅੰਗ ਦਾ ਕਤਰਾ ਵੀ ਕਟਾ ਦਿੰਦੇ ਹਨ, ਜਿਸ ਕਾਰਨ ਉਹ ਖੁਦਾ ਦੇ, ਉਸ ਪਰਵਤਦਿਗਾਰ ਦੇ ਇੰਨੇ ਕਰੀਬ ਰਹਿੰਦੇ ਹਨ, ਇੰਨੇ ਨੇੜੇ ਰਹਿੰਦੇ ਹਨ। ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਜੈ ਪੀਰਾਂ ਦੀ।